ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਵਿੰਦਰ ਸਿੰਘ। ਬੁਲੇਟਿਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਨੂੰ ਦੇਖਦੇ ਹਾਂ ਸੁਰੱਖਿਅਤ ਅਤੇ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। ਯਾਦ ਰਹੇ ਕਿ ਜਦੋਂ ਵੀ ਘਰ ਤੋਂ ਬਾਹਰ ਤੁਸੀਂ ਨਿਕਲ ਰਹੇ ਹੋ ਤਾਂ ਮਾਸਕ ਪਹਿਨ ਕੇ ਹੀ ਨਿਕਲੋ ਅਤੇ ਕਦੇ ਵੀ ਖਾਣਾ ਖਾਣ ਤੋਂ ਪਹਿਲਾਂ ਜਾਂ ਫਿਰ ਆਪਣੇ ਚਿਹਰੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਦੇ ਨਾਲ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰ ਲਵੋ। ਸੋ ਆਓ ਇਸ ਅਪੀਲ ਤੋਂ ਬਾਅਦ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ ਅੱਜ ਦੀਆਂ ਮੁੱਖ ਸੁਰਖੀਆਂ ਦੇ ਨਾਲ। ਪੰਜਾਬ ਵਿੱਚ ਕਿਸਾਨਾਂ ਵੱਲੋਂ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲ ਗੱਡੀਆਂ ਨੂੰ ਰਸਤਾ ਦੇਣ ਤੋਂ ਬਾਅਦ ਕੇਂਦਰ ਨੇ ਕਿਸਾਨਾਂ ਅੱਗੇ ਰੱਖੀ ਇੱਕ ਹੋਰ ਮੀਟਿੰਗ ਦੀ ਪੇਸ਼ਕਸ਼। 3 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਰਨਗੇ ਅਗਵਾਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚੁਣਿਆ ਬਾਕੀ ਜਥੇਬੰਦੀਆਂ ਤੋਂ ਵੱਖਰਾ ਰਸਤਾ। ਯਾਤਰੀ ਰੇਲ ਗੱਡੀਆਂ ਨੂੰ ਜਥੇਬੰਦੀ ਨੇ ਸੁਰੱਖਿਅਤ ਲਾਂਘਾ ਦੇਣ ਤੋਂ ਕੀਤਾ ਇਨਕਾਰ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਨਹੀਂ ਬਦਲਿਆ ਜਥੇਬੰਦੀ ਨੇ ਫੈਸਲਾ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਨੇ ਪਾਰਟੀ ਦੀ ਦਿੱਲੀ ਇਕਾਈ ਅਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਨੂੰ ਦਿੱਤੇ ਆਦੇਸ਼। ਦਿੱਲੀ ਪਹੁੰਚੇ ਕਿਸਾਨਾਂ ਲਈ ਲੰਗਰ ਦੇ ਪ੍ਰਬੰਧ ਦੇ ਨਾਲ ਦਿਓ ਸਾਰੀਆਂ ਸਹੂਲਤਾਂ। ਮਨਜਿੰਦਰ ਸਿਰਸਾ ਨੇ ਚੁੱਕੀ ਸਾਰੀ ਜ਼ਿੰਮੇਵਾਰੀ। ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਕਿਸਾਨਾਂ ਦਾ ਦਿੱਲੀ ਚੱਲੋ ਅੰਦੋਲਨ। ਸਮਾਣਾ ਦੇ ਰਸਤੇ ਹਰਿਆਣਾ ਹੋ ਕੇ ਅੱਗੇ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬਾਰਡਰ ਤੇ ਰੋਕਿਆ। ਕਿਸਾਨਾਂ ਨੇ ਮੁੱਖ ਮੰਤਰੀ ਖੱਟੜ ਦਾ ਪੁਤਲਾ ਸਾੜ ਕੇ ਪੰਗਾ ਨਾ ਲੈਣ ਦੀ ਦਿੱਤੀ ਚੇਤਾਵਨੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕੇਂਦਰ ਸਰਕਾਰ ਨੇ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੂੰ ਮੁੜ ਤੋਂ 3 ਦਸੰਬਰ ਨੂੰ ਗੱਲਬਾਤ ਲਈ ਸੱਦਾ ਪੱਤਰ ਭੇਜਿਆ। ਕੇਂਦਰੀ ਖੇਤੀ ਸਕੱਤਰ ਸੁਦਾਂਸ਼ੂ ਪਾਂਡੇ ਵੱਲੋਂ ਭੇਜੇ ਇਸ ਪੱਤਰ ਮੁਤਾਬਕ ਕਿਸਾਨੀ ਸਮੱਸਿਆਵਾਂ ਦੇ ਮੱਦੇਨਜ਼ਰ 13 ਨਵੰਬਰ ਨੂੰ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਵਿਚਾਰ ਚਰਚਾ ਨੂੰ ਅੱਗੇ ਜਾਰੀ ਰੱਖਣ ਲਈ ਕਿਸਾਨ ਆਗੂਆਂ ਨੂੰ ਮੁੜ 3 ਦਸੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਹਾਲ ਨੰਬਰ 2 ਦਿੱਲੀ ਵਿਖੇ ਪਹੁੰਚਣ ਲਈ ਸੱਦਾ ਭੇਜਿਆ ਗਿਆ। ਇਸ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਪੰਜਾਬ ਦੇ ਵਿੱਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਮਜ਼ਦੂਰ ਆੜ੍ਹਤੀਏ ਅਤੇ ਆਮ ਲੋਕ ਸੜਕਾਂ ਤੇ ਉਤਰੇ ਹੋਏ ਨੇ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਕੇਂਦਰ 'ਚ ਬੈਠੀ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਇੱਕ ਵਾਰ ਫਿਰ ਗੱਲਬਾਤ ਦਾ ਸੱਦਾ ਭੇਜਿਆ। ਇਸ ਸੰਬੰਧੀ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਦਿਆਂ ਕਿਹਾ ਕਿ 3 ਦਸੰਬਰ ਨੂੰ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਸਾਂਪਲਾ ਨੇ ਟਵੀਟ ਵਿੱਚ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਹ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਵੀ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਸੀ। ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਦੀ ਕਿਸਾਨ ਆਗੂਆਂ ਨਾਲ ਦਿੱਲੀ ਵਿੱਚ ਬੈਠਕ ਹੋਈ ਸੀ, ਜਿਸ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਕਾਰਪੋਰੇਟ ਜਗਤ ਦੀਆਂ ਕੰਪਨੀਆਂ, ਦਫ਼ਤਰਾਂ, ਰਿਲਾਇੰਸ ਤੇ ਪੈਟਰੋਲ ਪੰਪ, ਟੋਲ ਪਲਾਜ਼ਿਆਂ ਤੇ ਦਿਨ ਰਾਤ ਦੇ ਧਰਨੇ ਸ਼ੁਰੂ ਕਰ ਦਿੱਤੇ ਸੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੌਮੀ ਪੱਧਰ ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਹੋਇਆ। ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰੈਲੀਆਂ ਦੇ ਵਿੱਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਨੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਨਿਊਜ਼ ਡੈਸਕ ਦੇ ਨਾਲ ਬਿਊਰੋ ਰਿਪੋਰਟ। ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ, ਪਰ ਇਹ ਮੀਟਿੰਗ ਬੇਸਿੱਟਾ ਰਹੀ ਕਿਉਂਕਿ ਕਿਸਾਨ ਆਗੂਆਂ ਨੇ ਸਾਫ਼ ਕੀਤਾ ਹੈ ਕਿ ਉਹ ਸਿਰਫ ਮਾਲ ਗੱਡੀਆਂ ਹੀ ਚੱਲਣ ਦੇਣਗੇ, ਜਦੋਂ ਕਿ ਯਾਤਰੀ ਟ੍ਰੇਨਾਂ ਨਹੀਂ ਚੱਲਣ ਦੇਣਗੇ। ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਥੇਬੰਦੀ ਤੋਂ ਇਲਾਵਾ ਬਾਕੀ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਲ ਸਹਿਮਤ ਹੋ ਕੇ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲ ਗੱਡੀਆਂ ਨੂੰ ਵੀ ਸੁਰੱਖਿਅਤ ਲਾਂਘਾ ਦੇਣ ਦੀ ਗੱਲ ਮੰਨ ਲਈ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਸ ਫੈਸਲੇ ਦੇ ਨਾਲ ਸਹਿਮਤ ਨਹੀਂ ਜਿਸ ਦੇ ਵਿੱਚ ਉਹਨਾਂ ਯਾਤਰੀ ਟ੍ਰੇਨਾਂ ਚਲਾਉਣ ਦੀ ਗੱਲ ਕੀਤੀ ਹੈ। ਟ੍ਰੇਨਾਂ ਦਾ ਫੈਸਲਾ ਸਾਡਾ ਉਹੀ ਆ ਜਿਹੜਾ ਪਹਿਲਾਂ ਵਾਲਾ,
ਜਿਹੜਾ ਪਹਿਲਾਂ ਅਸੀਂ ਕੀਤਾ ਸੀਗਾ ਵੀ ਮਾਲ ਗੱਡੀਆਂ ਨੂੰ ਲਾਂਘਾ ਦਿਆਂਗੇ ਤੇ ਪੈਸੇਂਜਰ ਗੱਡੀਆਂ ਨਹੀਂ ਚੱਲਣ ਦਿਆਂਗੇ, ਜਿੰਨਾ ਚਿਰ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਹੁਣ ਵੀ ਸਾਡਾ ਉਹੀ ਫੈਸਲਾ ਪਹਿਲਾਂ ਵਾਲਾ ਹੀ ਫੈਸਲਾ ਵਾ। ਅੱਜ ਮੀਟਿੰਗ ਚੱਲੀ ਆ ਪ੍ਰਸ਼ਾਸਨ ਦੇ ਨਾਲ 4 ਘੰਟੇ, ਪਰ ਸਾਡਾ ਫੈਸਲਾ ਪਹਿਲਾਂ ਵਾਲਾ ਹੀ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਆਪਣੇ ਫੈਸਲੇ ਤੇ ਕਾਇਮ ਹੈ। ਉਹਨਾਂ ਦੀ ਜਥੇਬੰਦੀ ਸਿਰਫ ਮਾਲ ਗੱਡੀਆਂ ਨੂੰ ਹੀ ਰਸਤਾ ਦੇਵੇਗੀ। ਜਿਹੜੀ ਮੀਟਿੰਗ ਹੋਈ ਆ, ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਹਿਲਾ ਫੈਸਲਾ ਵਾ ਵੀ ਕੇਂਦਰ ਆਪਦੀ ਅੜੀ ਤੇ ਵਜਿੱਦਿਆ। ਜਿਵੇਂ ਦੂਜੇ ਦੌਰ ਦੀ ਮੀਟਿੰਗ ਚੱਲੀ ਸੀਗੀ, ਪੀਯੂਸ਼ ਗੋਇਲ ਜੀ ਨੇ ਜਿਵੇਂ ਕਿਹਾ ਸੀਗਾ ਵੀ ਪੈਸੇਂਜਰ ਗੱਡੀਆਂ ਚੱਲਣ ਦਿਓ, ਤਾਂ ਹੀ ਅਸੀਂ ਜਿਹੜਾ ਵਾ ਮਾਲ ਗੱਡੀਆਂ ਚਲਾਵਾਂਗੇ, ਤੇ ਉਹੀ ਆਪਣਾ ਫੈਸਲਾ ਲਾਗੂ ਕਰ ਰਹੇ ਆ। ਜੋ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਵਸਤੂਆਂ ਦੀ ਜਾਂ ਕੋਈ ਚੀਜ਼ਾਂ ਦੀ ਘਾਟ ਕਮਜ਼ੋਰੀ ਆ ਰਹੀ ਪਿਛਲੇ 50 ਦਿਨਾਂ 'ਚੋਂ, ਇਹਦੇ ਲਈ ਕੇਂਦਰ ਜ਼ਿੰਮੇਵਾਰ ਆ, ਕਿਸਾਨ ਜ਼ਿੰਮੇਵਾਰ ਨਹੀਂ। ਕਿਸਾਨਾਂ ਨੇ 21 ਅਕਤੂਬਰ ਤੋਂ 22 ਅਕਤੂਬਰ ਤੋਂ ਰੇਲ ਟਰੈਕ ਜਿਹੜੇ ਸੀ ਉਹ ਖੋਲ੍ਹ ਦਿੱਤੇ ਸੀ। ਫਿਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਟੇਸ਼ਨ ਤੋਂ ਥੱਲੇ ਹੋ ਜਾਓ, ਅਸੀਂ ਸਟੇਸ਼ਨ ਤੋਂ ਥੱਲੇ ਹੋ ਕੇ ਥੱਲੇ ਬਹਿ ਗਏ, ਉਹ ਚੱਲਦਾ ਰਿਹਾ। ਸੋ ਇਸ ਕਰਕੇ ਇਹ ਤੋਂ ਗਾਹਾਂ ਸਾਡੀਆਂ 30 ਆਰਗੇਨਾਈਜੇਸ਼ਨ ਨੇ ਸਰਕਾਰ ਨਾਲ ਗੱਲ ਕਰਕੇ ਆਪਣੇ ਤੌਰ ਤੇ ਆਪਣਾ ਫੈਸਲਾ ਕਰ ਲਿਆ ਵੀ ਅਸੀਂ ਪੈਸੇਂਜਰ ਚੱਲਣ ਦਾਂਗੇ, ਸਾਨੂੰ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਆਗੂ ਕਹਿ ਰਹੇ ਨੇ ਕਿ ਉਹ ਯਾਤਰੀ ਟ੍ਰੇਨਾਂ ਨਹੀਂ ਚੱਲਣ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ, ਕਿਉਂਕਿ ਬਾਕੀ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਲ ਯਾਤਰੀ ਟ੍ਰੇਨਾਂ ਦੇ ਲਈ ਵੀ ਸਹਿਮਤੀ ਜਤਾ ਦਿੱਤੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਖਚੈਨ ਸਿੰਘ ਦੀ ਰਿਪੋਰਟ। 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ DSGMC ਨੂੰ ਅਪੀਲ ਕੀਤੀ ਹੈ ਕਿ ਉਹ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਨ। ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਇਸ ਸੰਬੰਧੀ ਗੱਲਬਾਤ ਵੀ ਕੀਤੀ ਹੈ। ਸੁਖਬੀਰ ਬਾਦਲ ਨੇ ਦੋਵਾਂ ਆਗੂਆਂ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ 26 ਅਤੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਇਕੱਠੇ ਹੋਣ ਵਾਲੇ ਕਿਸਾਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਨਗੇ ਅਤੇ ਹੋਰ ਜ਼ਰੂਰੀ ਵਸਤਾਂ ਵੀ ਉਹਨਾਂ ਨੂੰ ਸਪਲਾਈ ਕਰਨਗੇ। ਸੁਖਬੀਰ ਨੇ ਕਾਲਕਾ ਅਤੇ ਸਿਰਸਾ ਨੂੰ ਆਖਿਆ ਕਿ ਉਹ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮੇਲ ਕਾਇਮ ਕਰ ਲੈਣ। 26 ਤਰੀਕ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਤੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਧਰਨਾ ਦੇਣ ਵਾਸਤੇ ਜਾ ਰਹੇ ਹੈ, ਆਪਣੀ ਮੰਗਾਂ ਨੂੰ ਮਨਾਉਣ ਵਾਸਤੇ। ਜੋ ਕਾਲੇ ਕਾਨੂੰਨ ਦਿੱਲੀ ਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਉੱਤੇ ਥੋਪੇ ਹੈ, ਉਹਦੇ ਵਿਰੁੱਧ ਸਾਰਾ ਸੰਘਰਸ਼ ਪੰਜਾਬ ਤੇ ਬਾਕੀ ਸੂਬਿਆਂ ਚੱਲ ਰਿਹਾ। ਮੈਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਯੂਨਿਟ ਨੂੰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਨ੍ਹਾਂ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸਿਰਸਾ ਜੀ ਕਰ ਰਹੇ ਹੈ, ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਜਿਹੜੇ ਆਪਣੇ ਕਿਸਾਨ ਵੀਰ ਪੰਜਾਬ ਤੋਂ ਤੇ ਬਾਕੀ ਸੂਬਿਆਂ ਤੋਂ ਦਿੱਲੀ ਪਹੁੰਚਣਗੇ, ਉਹਨਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਏ। ਜੇ ਲੰਗਰ ਦੀ ਲੋੜ ਹੋਏ ਜਾਂ ਕੋਈ ਪਾਣੀ ਦੀ ਲੋੜ ਹੋਏ ਜਾਂ ਚਾਹ ਦੀ ਲੋੜ ਹੋਏ ਜਾਂ ਕੋਈ ਵੀ ਲੋੜ ਹੋਏ, ਉਹਦਾ ਹਰ ਕਿਸਮ ਦਾ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਆਪਣਾ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਸੋ ਦੈਟ ਜਿਹੜੀ ਉਹਨੇ ਲੜਾਈ ਜਿਹੜੀ ਲੜ ਰਿਹਾ ਹੈ, ਉਹ ਇੱਕ ਦੇਸ਼ ਦੀ ਲੜਾਈ ਲੜ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸੂਬੇ ਦੇ ਕਿਸਾਨਾਂ ਕੋਲ ਖਾਦਾਂ, ਖਾਸ ਤੌਰ ਤੇ ਯੂਰੀਆ ਤੁਰੰਤ ਪੁੱਜਦਾ ਕਰਨ, ਕਿਉਂਕਿ ਯੂਰੀਆ ਦੀ ਸਪਲਾਈ ਦੇ ਵਿੱਚ ਹੋਰ ਦੇਰੀ ਦੇ ਨਾਲ ਕਿਸਾਨਾਂ ਤੇ ਬਹੁਤ ਮਾਰੂ ਅਸਰ ਪਵੇਗਾ ਅਤੇ ਇਸ ਨਾਲ ਕਣਕ ਦੀ ਪੈਦਾਵਾਰ 15% ਘਟ ਜਾਵੇਗੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੰਬਰ ਦੇ ਅੱਧ ਦੇ ਵਿੱਚ ਕਣਕ ਦਾ ਪਹਿਲੀ ਵਾਰ ਪਾਇਆ ਜਾਂਦਾ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ। ਉਹਨਾਂ ਕਿਹਾ ਕਿ ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ ਅਤੇ ਇਸ ਗੱਲ ਦਾ ਕੋਈ ਯਕੀਨ ਨਹੀਂ ਕਿ ਲੋੜੀਂਦਾ ਯੂਰੀਆ ਕਦੋਂ ਮਿਲੇਗਾ, ਕਿਉਂਕਿ ਰੇਲ ਸੇਵਾਵਾਂ ਸ਼ੁਰੂ ਹੋ ਰਹੀਆਂ ਨੇ ਅਤੇ 8 ਲੱਖ ਟਨ ਯੂਰੀਆ ਹਾਲੇ ਪੁੱਜਣਾ ਬਾਕੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਲੜ ਰਿਹਾ ਹੈ, ਅੱਜ ਉਹ ਸੰਘਰਸ਼ ਦੇ ਨਾਲ ਇੱਕ ਹੋਰ ਵੱਡੀ ਮੁਸੀਬਤ ਜਿਹੜੀ ਕਣਕ ਦੇ ਬਿਜਾਈ ਦੇ ਸਮੇਂ ਪੰਜਾਬ ਭਰ 'ਚ ਯੂਰੀਆ ਦੀ ਘਾਟ, ਇੱਕ ਪਾਸੇ ਕਿਸਾਨੀ ਸੰਘਰਸ਼ ਕੇਂਦਰ ਦੀ ਸਰਕਾਰ ਦੇ ਖਿਲਾਫ ਤੇ ਦੂਜੇ ਪਾਸੇ ਸੂਬੇ ਦੀ ਸਰਕਾਰ
ਜਿਨ੍ਹਾਂ ਨੂੰ ਪਤਾ ਹੈ ਕਿ ਕਣਕ ਦੀ ਬਿਜਾਈ ਵਾਸਤੇ ਉਸ ਸਮੇਂ ਵਿੱਚ ਯੂਰੀਆ ਕਿੰਨਾ ਜ਼ਰੂਰੀ ਹੁੰਦਾ ਹੈ, ਲੇਕਿਨ ਬਿਲਕੁਲ ਕਿਸਾਨਾਂ ਨੂੰ ਆਪਣੇ ਹਾਲ 'ਚ ਛੱਡ ਕੇ ਬੇਪਰਵਾਹੀ ਦੇ ਨਾਲ ਨਾ ਇਹਦਾ ਕੋਈ ਇੰਤਜ਼ਾਮ ਕੀਤਾ ਤੇ ਅੱਜ ਸੂਬੇ ਦੀ ਅਣਗਹਿਲੀ ਕਰਕੇ ਸੂਬੇ ਭਰ ਦਾ ਕਿਸਾਨ ਯੂਰੀਆ ਵਾਸਤੇ ਆਪਣੇ ਹੱਥ ਪੈਰ ਚਾਰੋਂ ਪਾਸੇ ਮਾਰ ਰਿਹਾ। ਜੇ ਕੇਂਦਰ ਨੇ ਕਿਹਾ ਕਿ ਅਸੀਂ ਮਾਲ ਗੱਡੀਆਂ ਤਾਂ ਹੀ ਚਲਾਵਾਂਗੇ ਜੇ ਪੈਸੇਂਜਰ ਟ੍ਰੇਨ ਨਾਲ ਚਲੇ ਤੇ ਜੇ ਟਰੈਕਸ ਖਾਲੀ ਕੀਤੇ ਜਾਣ ਕਿਸਾਨਾਂ ਵੱਲੋਂ, ਤੇ ਕੈਪਟਨ ਸਾਹਿਬ ਨੇ ਮਿੰਟ 'ਚ ਉਹਨਾਂ ਦੇ ਨਾਲ ਹਾਮੀ ਭਰ ਕੇ ਇਹ ਨਹੀਂ ਕਿਹਾ ਕਿ ਜੇ ਤੁਸੀਂ ਸਾਡੀ ਮਾਲ ਗੱਡੀ ਨਹੀਂ ਚਲਾਓਗੇ ਤਾਂ ਮੈਂ ਆਪਣਾ ਯੂਰੀਆ ਆਪਣੇ ਰਸਤੇ ਰਾਹੀਂ, ਆਪਣੇ ਟਰੱਕਾਂ ਰਾਹੀਂ, ਆਪਣੇ ਗੱਡੀਆਂ ਰਾਹੀਂ ਆਪਣੇ ਲੋਕਾਂ ਨੂੰ ਪਹੁੰਚਾਵਾਂਗਾ। ਜੇ ਬਾਕੀ ਸੂਬਿਆਂ ਤੋਂ ਝੋਨਾ ਸਾਡੇ ਪੰਜਾਬ ਦੇ ਵਿੱਚ ਆ ਸਕਦਾ ਤੇ ਦੂਜੇ ਸੂਬਿਆਂ ਤੋਂ ਯੂਰੀਆ ਕਿਉਂ ਸਾਡੇ ਕਿਸਾਨਾਂ ਤਾਈਂ ਨਹੀਂ ਪਹੁੰਚਾਇਆ ਜਾ ਸਕਦਾ। ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਛੇਤੀ ਤੋਂ ਛੇਤੀ ਹੱਲ ਕੀਤੀਆਂ ਜਾਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਵੱਲੋਂ ਰੱਦ ਕੀਤੇ ਗਏ 3 ਖੇਤੀਬਾੜੀ ਮੰਡੀਕਰਨ ਸੰਬੰਧੀ ਨਵੇਂ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਨੇ। ਉਹਨਾਂ ਇਹ ਵੀ ਕਿਹਾ ਕਿ ਨਾਲ ਹੀ ਸਰਕਾਰ ਨੂੰ ਫਸਲਾਂ ਦੀ MSP ਅਨੁਸਾਰ ਸਰਕਾਰੀ ਖਰੀਦ ਯਕੀਨੀ ਵੀ ਬਣਾਉਣੀ ਚਾਹੀਦੀ ਹੈ। ਨਿਊਜ਼ ਡੈਸਕ ਦੇ ਨਾਲ ਬਿਊਰੋ ਰਿਪੋਰਟ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਦੇ ਵੱਲੋਂ ਰਾਸ਼ਨ ਇਕੱਠਾ ਕਰਨ ਦੀਆਂ ਰਿਪੋਰਟਾਂ ਉਹਨਾਂ ਨੇ ਵੇਖੀਆਂ ਨੇ ਅਤੇ ਉਹ ਦਿੱਲੀ ਆ ਰਹੇ ਨੇ। ਸਿਰਸਾ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਗਰ ਜਾਂ ਫਿਰ ਰਾਸ਼ਨ ਪਾਣੀ ਦਾ ਫਿਕਰ ਨਾ ਕਰਨ। ਜਿੰਨੇ ਵੀ ਦਿਨ ਕਿਸਾਨ ਦਿੱਲੀ ਠਹਿਰਨਗੇ ਉਹਨਾਂ ਦੇ ਲਈ ਲੰਗਰ ਅਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੀ ਡਿਊਟੀ ਲਗਾਈ ਹੈ ਕਿ ਦਿੱਲੀ ਠਹਿਰਾਅ ਦੌਰਾਨ ਕਿਸਾਨਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਜੋ ਦਿੱਲੀ ਦੇ ਅੰਦਰ ਪ੍ਰੋਟੈਸਟ ਕਰਨ ਵਾਸਤੇ ਆ ਰਹੀਆਂ, ਮੈਂ ਦੇਖ ਰਿਹਾ ਸੀ ਕਿ ਉੱਥੇ ਪਿੰਡਾਂ 'ਚੋਂ ਰਸਦ ਪਾਣੀ ਇਕੱਠਾ ਕਰ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਜਿੰਨੇ ਵੀ ਦਿਨ ਉਹ ਇੱਥੇ ਪ੍ਰੋਟੈਸਟ ਤੇ ਬੈਠਣਾ ਚਾਹੁੰਦੇ ਨੇ, ਲੰਗਰ ਪਾਣੀ ਦਾ ਇੰਤਜ਼ਾਮ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੂਗੀ। ਉਹਨਾਂ ਨੂੰ ਇਹ ਉੱਥੋਂ ਰਸਦ ਪਾਣੀ ਇਕੱਠੀ ਕਰਨ ਦੀ ਲੋੜ ਨਹੀਂ। ਅਸੀਂ ਜਿੰਨਾ ਵੀ ਲੋੜ ਹੋਵੇ ਰਸਦ ਦੀ, ਖਾਣੇ ਪਕਾ ਕੇ ਲੰਗਰ ਪਹੁੰਚਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੇਵਾ ਕਰੂਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਵੀ ਵਿਸ਼ੇਸ਼ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਹ ਗੱਲ ਕਹੀ ਗਈ ਆ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਨੇ ਉਹਨਾਂ ਦੇ ਖਾਣੇ ਪੀਣ ਦਾ ਇੰਤਜ਼ਾਮ ਜੋ ਹੈ ਲੰਗਰ ਪਾਣੀਆਂ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੇ। ਸੋ ਮੈਂ ਆਪ ਜੀ ਨੂੰ ਜਿੱਥੇ ਜੀ ਆਇਆ ਕਹਿਣਾ ਉੱਥੇ ਜ਼ਰੂਰ ਫਿਰ ਤੋਂ ਇਹ ਕਹਿਣਾ ਚਾਹੁੰਦਾ ਹੈ ਕਿ ਜਿੰਨੇ ਵੀ ਦਿਨ ਤੁਸੀਂ ਰਹੋ, ਜਿੰਨੇ ਵੀ ਦਿਨ ਤੁਹਾਨੂੰ ਲੰਗਰ ਪਾਣੀ ਦੇ ਇੰਤਜ਼ਾਮ ਦੀ ਲੋੜ ਹੋਵੇ, ਤੁਹਾਨੂੰ ਕੋਈ ਰਸਦ ਪਾਣੀ ਇਕੱਠਾ ਕਰਨ ਦੀ ਲੋੜ ਨਹੀਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪ ਸਾਰੀਆਂ ਸੰਗਤਾਂ ਦੀ ਸੇਵਾ ਕਰੂਗੀ। ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਚੱਲੋ ਅੰਦੋਲਨ ਦੇ ਤਹਿਤ ਦਿੱਲੀ ਵੱਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੰਜਾਬ ਦੇ ਕਿਸਾਨ ਸਮਾਣਾ ਪੰਜਾਬ ਹਰਿਆਣਾ ਬਾਰਡਰ ਤੇ ਪਹੁੰਚ ਗਏ ਸੀ, ਜਿੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਤਸਵੀਰਾਂ ਸਮਾਣਾ ਦੇ ਪੰਜਾਬ ਹਰਿਆਣਾ ਬਾਰਡਰ ਦੀਆਂ ਨੇ, ਜਿੱਥੇ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਦੇ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਹੀ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। ਪੁਤਲਾ ਹੀ ਇਸ ਕਰਕੇ ਸਾੜਿਆ ਕਿਉਂਕਿ ਜਿਹੜੀ ਹਰਿਆਣੇ ਦੀ ਖੱਟਰ ਸਰਕਾਰ ਹੈ, ਇੱਥੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਸਾਡੇ, ਉਹ ਸਾਡੇ ਧਰਨੇ ਦੇ ਵਿੱਚ ਆ ਕੇ ਸਾਡੀ ਜਿਹੜੀ ਮਦਦ ਕਰਦੇ ਤੇ ਜਾਂ ਉਹਨਾਂ ਨੇ ਧਰਨੇ ਮੁਜ਼ਾਹਰੇ ਕਰੇ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ। ਉਹ ਜਿਹੜੀਆਂ ਗ੍ਰਿਫਤਾਰੀਆਂ ਸਾਡੇ ਕਿਸਾਨਾਂ ਦੀਆਂ ਕਰੀਆਂ ਨੇ, ਅਸੀਂ ਉਹਨਾਂ ਦੀ ਸ਼ਬਦ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਿੰਨੇ ਕਿਸਾਨ ਗ੍ਰਿਫਤਾਰ ਕਰੇ ਜਸਵਿੰਦਰ ਜੀ? ਇਹਦਾ ਸਾਨੂੰ ਕੋਈ ਐਸਟੀਮੇਟ ਨਹੀਂ, ਇੰਨਾ ਕੁ ਪਤਾ ਵੀ ਹਰਿਆਣਾ ਸਰਕਾਰ ਪ੍ਰਸ਼ਾਸਨ ਵੱਲੋਂ ਜਿਹੜੀ ਕਿਸਾਨ ਆਗੂ ਜਿਹੜੀ ਗ੍ਰਿਫਤਾਰੀ ਹੈ ਉਹ ਕਰਨੀ ਚਾਲੂ ਕਰਤੀ ਹਰਿਆਣਾ ਸਰਕਾਰ। ਤੁਹਾਨੂੰ ਕੋਈ ਸਮਰਥਨ ਕਿਸਾਨਾਂ ਨੇ ਦਿਆ ਹਰਿਆਣੇ ਦੇ ਨਾਲ ਦੇ ਇਸ ਪਿੰਡ ਲੱਗੇ? ਸਾਨੂੰ ਹਰਿਆਣੇ ਦੇ ਜਿਹੜੇ ਕਿਸਾਨ ਨੇ ਜੀ, ਸਾਨੂੰ ਕੱਲ੍ਹ ਸ਼ਾਮ ਤੋਂ ਆਇਆ, ਸਾਨੂੰ ਦੁੱਧ ਪ੍ਰਸ਼ਾਦੇ ਪੂਰਾ ਸਹਿਯੋਗ ਸਾਨੂੰ ਹਰਿਆਣੇ ਦੇ ਕਿਸਾਨਾਂ ਵੱਲੋਂ ਮਿਲ ਰਿਹਾ ਹੈ, ਕਿਉਂਕਿ ਹਰਿਆਣੇ ਦੇ ਕਿਸਾਨ ਵੀ ਇਹ ਸਮਝਦੇ ਨੇ ਵੀ ਜਿਹੜੀ ਇਹ ਲੜਾਈ ਹੈ ਇਹ ਸਾਰੇ ਲੋਕਾਂ ਦੀ ਸਾਂਝੀ ਲੜਾਈ ਹੈ, ਨਾ ਕਿ ਇਕੱਲੇ ਪੰਜਾਬ ਦੇ ਲੋਕਾਂ ਦੀ। ਇਹ ਜਿਹੜੀ ਲੜਾਈ ਹੈ ਪੂਰੇ ਭਾਰਤ ਦੇ ਲੋਕਾਂ ਦੀ ਸਾਂਝੀ ਹੈ। ਕਿਸਾਨ ਆਗੂਆਂ ਦਾ ਆਖਣਾ ਹੈ ਕਿ ਭਾਵੇਂ ਕੁਝ ਵੀ ਹੋਵੇ ਉਹ ਦਿੱਲੀ ਜਾ ਕੇ ਰਹਿਣਗੇ। ਜੇਕਰ ਹਰਿਆਣਾ ਸਰਕਾਰ ਉਹਨਾਂ ਨੂੰ ਸੜਕ ਰਾਹੀਂ ਨਹੀਂ ਜਾਣ ਦੇਵੇਗੀ ਤਾਂ ਉਹ ਖੇਤਾਂ ਰਾਹੀਂ ਦਿੱਲੀ ਪਹੁੰਚ ਜਾਣਗੇ। ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ, ਜੇ ਅਸੀਂ ਜਾਵਾਂਗੇ ਸਾਡੀ ਪੂਰੀ ਤਿਆਰੀ ਹੈ। ਪੂਰੀ ਤਿਆਰੀ ਦੇ ਨਾਲ ਸਾਡਾ ਜਿਹੜਾ ਕੇਡਰ ਹੈ ਉਹ ਪਿਛਾਂ ਤੋਂ ਆਊ। ਹਰੇਕ ਪਿੰਡ ਦੇ ਵਿੱਚ ਸਾਡਾ ਢੋਲ ਮਾਰਚ, ਮਸਾਲ ਮਾਰਚ ਤੇ ਲੰਗਰ ਇਕੱਠੇ ਹੋ ਰਹੇ ਨੇ। ਸਾਡੀਆਂ ਬੀਬੀਆਂ ਦੀ ਡਿਊਟੀ ਹੈ, ਕੁਛ ਉਹਨਾਂ ਨਾਲ ਨੌਜਵਾਨ ਨੇ। ਨਹੀਂ, ਜਿਸ ਤਰ੍ਹਾਂ ਕਿ ਇੱਥੋਂ ਮੇਨ ਰਸਤੇ ਤੋਂ ਨਾ ਜਾਣ ਦਿੱਤਾ, ਤੁਹਾਡੇ ਕੋਲ ਦੂਜੇ ਰਸਤੇ ਹੈਗੇ?
ਅਸੀਂ ਚਾਹੇ ਖੇਤਾਂ ਵਿੱਚ ਦੀ ਜਾਈਏ, ਦੇਖੋ ਇਹ ਹਰਿਆਣੇ ਵਾਲੇ ਸਾਡੇ ਭਾਈ ਨੇ, ਇਹਨਾਂ ਨੇ ਕਹਿਤਾ ਵੀ ਸਾਡਾ ਕਿੰਨੇ ਨੁਕਸਾਨ ਹੁੰਦਾ, ਕਿੱਡੀ ਸਾਡੀ ਫਸਲ ਮੱਧੀ ਜਾਂਦੀ ਹੈ, ਤੁਸੀਂ ਖੇਤਾਂ ਨੂੰ ਲੰਘ ਜਾਓ। ਅਸੀਂ ਇਸ ਕਰਕੇ ਨਹੀਂ ਰੁਕਾਂਗੇ, ਜੋ ਸਰਕਾਰ ਨੇ ਜ਼ੋਰ ਲਾਉਣਾ ਲਾ ਕੇ ਖੜੇ, ਅਸੀਂ ਲੰਘਾਂਗੇ। ਹੁਣ ਇਹ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ, ਜਾਂ ਫਿਰ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਹੀ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਗਾਉਣਾ ਪਵੇਗਾ। ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ। ਸੰਗਰੂਰ ਦੇ ਸਰਕਾਰੀ ਡਿਪੂ ਦੇ ਵਿੱਚ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਲਣ ਵਾਲਾ ਰਾਸ਼ਨ ਬੇਹੱਦ ਘਟੀਆ ਕਿਸਮ ਦਾ ਵੰਡਿਆ ਜਾ ਰਿਹਾ ਹੈ। ਗਰੀਬ ਲੋਕਾਂ ਨੂੰ ਇਸ ਵਾਰ ਜੋ ਛੋਲੇ ਦਿੱਤੇ ਜਾ ਰਹੇ ਨੇ ਉਹ ਬੇਹੱਦ ਘਟੀਆ ਕੁਆਲਿਟੀ ਦੇ ਨੇ। ਸਥਾਨਕ ਲੋਕਾਂ ਦਾ ਕਹਿਣਾ ਕਿ ਇਸ ਤੋਂ ਚੰਗਾ ਸੀ ਕਿ ਕੇਂਦਰ ਸਰਕਾਰ ਉਹਨਾਂ ਨੂੰ ਇਹ ਰਾਸ਼ਨ ਨਾ ਹੀ ਦਿੰਦੀ। ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਗਰੀਬ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਪਰ ਇਸ ਵਾਰ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਡਿਪੂ ਵਿੱਚ ਲੋਕਾਂ ਨੂੰ ਜੋ ਰਾਸ਼ਨ ਦਿੱਤਾ ਜਾ ਰਿਹਾ ਹੈ ਉਸ ਦੀ ਕੁਆਲਿਟੀ ਬਹੁਤ ਘਟੀਆ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਰਕਾਰੀ ਡਿਪੂ ਵਿੱਚ ਗਰੀਬ ਲੋਕਾਂ ਨੂੰ 25 ਕਿਲੋ ਕਣਕ ਅਤੇ 5 ਕਿਲੋ ਛੋਲੇ ਫ੍ਰੀ ਕਾਰਡ ਦੇ ਰਾਹੀਂ ਦਿੱਤੇ ਜਾ ਰਹੇ ਨੇ, ਪਰ ਜੋ ਕਾਲੇ ਛੋਲੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਦੀ ਕੁਆਲਿਟੀ ਬੇਹੱਦ ਖਰਾਬ ਹੈ ਅਤੇ ਉਹ ਖਾਣ ਯੋਗ ਨਹੀਂ ਰਹੇ। ਸਥਾਨਕ ਲੋਕਾਂ ਦਾ ਕਹਿਣਾ ਕਿ ਇਸ ਤੋਂ ਚੰਗਾ ਸੀ ਕਿ ਕੇਂਦਰ ਸਰਕਾਰ ਉਹਨਾਂ ਨੂੰ ਛੋਲੇ ਨਾ ਦਿੰਦੀ। ਇਹ ਬਹੁਤ ਘਟੀਆ ਕਿਸਮ ਦੇ ਛੋਲੇ ਆ ਜੀ, ਇਹਨਾਂ ਨੂੰ ਕੋਈ ਪਸ਼ੂ ਵੀ ਨਹੀਂ ਖਾਂਦਾ ਹੈਗਾ। ਇਹ ਇਹੋ ਜਿਹੇ ਛੋਲੇ ਹੈ, ਇਹ ਸਾਰੇ ਲੱਗੇ ਹੋਏ ਛੋਲੇ ਹੈ। ਇਹ ਕਿਸੇ ਨੂੰ ਬਿਮਾਰ ਥੋੜੀ ਕਰਨਾ, ਕਿਸੇ ਪਬਲਿਕ ਨੂੰ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਇਸ ਤੋਂ ਚੰਗਾ ਨਾ ਹੀ ਦੇਵੇ। ਸਰਕਾਰ ਬੰਨਿਓ ਉਹ ਚੀਜ਼ ਗਰੀਬਾਂ ਨੂੰ ਵੰਡੀ ਜਾਂਦੀ ਹੈ ਜਿਹੜੀ ਮਤਲਬ ਸੈਲਰਾਂ 'ਚ ਪਈ, ਗੋਦਾਮਾਂ 'ਚ ਪਈ ਸੜ ਜਾਂਦੀ ਹੈ, ਖਰਾਬ ਹੋ ਜਾਂਦੀ ਆ। ਜਿਹਨੂੰ ਡੰਗਰ ਨਹੀਂ ਖਾਂਦੇ ਹੈਗੇ ਉਹ ਸੋਚਦੇ ਨੇ ਵੀ ਚਲੋ ਹੁਣ ਇਹ ਗਰੀਬਾਂ ਦੇ ਵਿੱਚ ਬਣਦੀ ਹੈ, ਨਾਲ ਤਾਂ ਨਾਮ ਹੋ ਜਾਊਗਾ ਸਾਡਾ ਵੀ ਅਸੀਂ ਗਰੀਬਾਂ ਨੂੰ ਵੰਡ ਰਹੇ ਹਾਂਗੇ ਕੁਝ, ਜਦ ਕਿ ਇਹ ਜ਼ਹਿਰ ਬਣ ਰਹੇ ਨੇ ਇੱਕ ਤਰ੍ਹਾਂ ਦੀ। ਇਹ ਖਾ ਕੇ ਲੋਕ ਬਿਮਾਰੀ ਹੋਣਗੇ। ਮੈਂ ਕਹਿਣਾ ਆਟਾ ਬਣਿਆ ਪਿਆ, ਉਹਦੇ 'ਚ ਸੁੰਡ ਪੈ ਰਹੇ ਨੇਗੇ। ਜਿਹੜਾ ਇਹ ਚੀਜ਼ ਆ ਰਹੀ ਹੈਗੀ, ਇਹ ਇਕੱਲਾ ਇੱਕ ਡਿਪੂ ਦਾ ਨਹੀਂ ਹੈਗਾ ਜੀ, ਇਹ ਸਾਰੇ ਡਿਪੂਆਂ ਦੀ ਹਾਲ ਆ। ਪਰ ਗਰੀਬ ਲੋਕ ਚੁੱਪ ਕਰ ਜਾਂਦੇ ਨੇਗੇ, ਕਹਿੰਦੇ ਚਲੋ ਜਿਹੜਾ ਕੁਝ ਮਿਲ ਗਿਆ ਚੱਲ ਲੈ ਲੈਨੇ, ਚੁੱਪ ਕਰਕੇ ਉਹਨਾਂ ਦੀ ਮਜਬੂਰੀ ਆ। ਦੂਜੇ ਪਾਸੇ ਡਿਪੂ ਹੋਲਡਰ ਦਾ ਕਹਿਣਾ ਹੈ ਕਿ ਜੋ ਸਰਕਾਰ ਵੱਲੋਂ ਭੇਜਿਆ ਜਾਂਦਾ ਹੈ ਉਹੀ ਰਾਸ਼ਨ ਲੋਕਾਂ ਨੂੰ ਵੰਡ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਸਾਨੂੰ ਜੀ ਸਰਕਾਰ ਵੱਲੋਂ ਆਏ ਨੇ ਇਹ ਪਰ ਕਾਰਡ 5 ਕਿਲੋ ਦੇਣੇ ਛੋਲੇ, 25 ਕਿਲੋ ਪਰ ਹੈਡ ਕਣਕ। ਅਸੀਂ ਜਿਵੇਂ ਆਏ ਉਵੇਂ ਵੰਡੀ ਜਾ ਰਹੇ ਹਾਂ। ਉਹ 'ਚ ਸਾਡਾ ਕੋਈ ਜਿਵੇਂ ਸਾਨੂੰ ਸਟੋਕ ਆਇਆ, ਸਟੋਕ ਅਸੀਂ ਵੰਡਦੇ ਹਾਂ, ਸਟੋਕ ਅਸੀਂ ਦਿਖਾ ਰਹੇ ਵੰਡਿਆ ਗਿਆ ਸਾਡਾ ਸਾਰਾ। ਕੀ ਇਹ ਮਾਲ ਕੱਲਾ ਤੁਹਾਡੇ ਕੋਲ ਹੀ ਆਇਆ ਕਿ ਨਹੀਂ ਸਾਰੇ ਸ਼ਹਿਰ 'ਚ ਹੀ ਹੈ ਜੀ। ਇਕੱਲੇ ਮੇਰੇ ਕੋਲ ਥੋੜਾ ਹੋਊਗਾ, ਮੇਰੀ ਸਰਕਾਰ ਨਾਲ ਜਾਂ ਮਹਿਕਮੇ ਨਾਲ ਉਹ ਥੋੜਾ ਵੀ ਜਿਹੜੇ ਮੈਨੂੰ ਲਾਗਤ ਆ ਕੇ ਵੀ ਗਲਤ ਛੋਲੇ ਭੇਜਣਗੇ। ਮਤਲਬ ਸਾਰੇ ਡਿਪੂ ਸਾਰੇ ਸ਼ਹਿਰ 'ਚ ਹੀ ਸਟੋਕ ਹੈ, ਸਾਰੇ ਡਿਪੋ ਤੁਸੀਂ ਚੈੱਕ ਕਰ ਸਕਦੇ ਹੋ। ਛੋਲੇ ਕਿਹੋ ਜਿਹੀ ਕੁਆਲਿਟੀ ਦੇ ਆ ਰਹੇ? ਛੋਲੇ ਲੱਗੇ ਹੋਏ ਜੀ, ਲੱਗੇ ਹੋਏ ਛੋਲੇ ਨੇ, ਹਲਕੀ ਕੁਆਲਿਟੀ ਹੈ, ਲਾ ਲਓ ਜਿਵੇਂ ਮਰਜ਼ੀ ਲਾ ਲਓ ਸੀ। ਇਸ ਪੂਰੇ ਮਾਮਲੇ ਵਿੱਚ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਤੁਸੀਂ ਮੈਨੂੰ ਇਹ ਦੱਸਿਆ ਹੈਗਾ, ਮੈਂ ਉਹਦੀ ਪੜਤਾਲ ਕਰਾਵਾਂਗਾ ਤੇ ਜਿਹੜਾ ਵੀ ਬਣਦਾ ਐਕਸ਼ਨ ਹੈ ਉਹ ਮੇਰੇ ਵੱਲੋਂ ਲਿਆ ਜਾਵੇਗਾ ਸਰਕਾਰੀ ਹਦਾਇਤਾਂ ਦਾ। ਭਾਵੇਂ ਕਿ ਸਰਕਾਰੀ ਅਧਿਕਾਰੀ ਜਾਂਚ ਕਰਨ ਦਾ ਭਰੋਸਾ ਦੇ ਰਹੇ ਨੇ, ਪਰ ਇਹਨਾਂ ਤਸਵੀਰਾਂ ਤੋਂ ਸਾਫ਼ ਜ਼ਾਹਿਰ ਹੈ ਕਿ ਕਿਸ ਤਰ੍ਹਾਂ ਘਟੀਆ ਕਿਸਮ ਦਾ ਰਾਸ਼ਨ ਗਰੀਬ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਬਲਕਿ ਹਰ ਵਾਰ ਦੇਖਣ ਨੂੰ ਮਿਲਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਅਜਿਹਾ ਕਰਨ ਵਾਲੇ ਅਧਿਕਾਰੀਆਂ ਤੇ ਕੀ ਕਾਰਵਾਈ ਕਰਦੀ ਹੈ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਰਹੇਗਾ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ। ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹੀ ਠੰਡ ਕਾਫੀ ਵੱਧ ਗਈ ਹੈ। ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਨਵੰਬਰ ਮਹੀਨੇ ਦੇ ਵਿੱਚ ਪਈ ਇਸ ਠੰਡ ਨੇ ਪਿਛਲੇ 40 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ। ਆਓ ਦੇਖਦੇ ਹਾਂ ਰਿਪੋਰਟ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਨਵੰਬਰ ਮਹੀਨੇ ਪਈ ਠੰਡ ਨੇ ਪਿਛਲੇ 40 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ। ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਦਾ ਪ੍ਰਭਾਵ ਜਾਂ ਫਿਰ ਜਲਵਾਯੂ ਪਰਿਵਰਤਨ ਦੇ ਨਾਲ ਠੰਡ ਵਧੀ ਹੈ, ਪਰ ਮੌਸਮ ਵਿਭਾਗ ਦੇ ਵਿਗਿਆਨੀ ਵੀ ਇਸ ਤਰ੍ਹਾਂ ਠੰਡ ਵਧਣ ਦੇ ਨਾਲ ਹੈਰਾਨ ਨੇ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਸ ਵਾਰੀ ਟੈਂਪਰੇਚਰ ਜਿਹੜਾ ਸਾਡੇ ਕੋਲ ਨਵੰਬਰ ਦੇ ਵਿੱਚ ਹੀ ਬਹੁਤ ਜਿਹੜਾ ਘੱਟ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਦਸੰਬਰ ਦੇ ਵਿੱਚ ਜਿਹੜੀ ਇੰਨੀ ਠੰਡ ਪੈਂਦੀ ਸੀ ਕਿ ਟੈਂਪਰੇਚਰ ਜਿਹੜਾ 4 ਤੋਂ 5 ਡਿਗਰੀ ਫਾਲ ਕਰ ਜਾਂਦਾ ਸੀ, ਪਰ ਇਸ ਵਾਰੀ ਨਵੰਬਰ ਦੇ ਵਿੱਚ ਹੀ ਦਸੰਬਰ ਵਾਲੀ ਠੰਡ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ। ਸੋ ਸਾਡੇ ਰਿਕਾਰਡ ਦੇ ਵਿੱਚ ਜਿਹੜਾ 4.8 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਲੁਧਿਆਣੇ, ਉਹ ਸਾਡੇ ਕੋਲ 40 ਸਾਲ ਦਾ ਜਿਹੜਾ ਰਿਕਾਰਡ ਹੈ ਉਹ ਟੁੱਟਿਆ, ਕਿਉਂਕਿ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਅਰਲੀਅਰ 70s ਦੇ ਵਿੱਚ ਜਿਹੜਾ ਟੈਂਪਰੇਚਰ ਹੈ ਇੰਨਾ ਫਾਲ ਕੀਤਾ ਸੀਗਾ, ਪਰ ਉਸ ਤੋਂ ਬਾਅਦ ਹੁਣ ਕਦੇ ਵੀ ਇਸ ਤਰ੍ਹਾਂ ਦਾ
ਦੇਖਣ ਨੂੰ ਨਹੀਂ ਆਇਆ ਕਿ ਟੈਂਪਰੇਚਰ ਜਿਹੜਾ ਇੰਨਾ ਫਾਲ ਕੀਤਾ ਹੋਵੇ। ਦੂਸਰੀ ਤਰ੍ਹਾਂ ਜੇ ਆਪਾਂ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਉਹ ਵੀ ਸਾਡੇ ਕੋਲ 20.6 ਜਿਹੜਾ ਰਿਕਾਰਡ ਕੀਤਾ ਗਿਆ ਲੋਐਸਟ ਟੈਂਪਰੇਚਰ ਨਵੰਬਰ ਦਾ, ਉਹ ਵੀ ਮਤਲਬ ਪਿਛਲੇ 20 ਸਾਲਾਂ ਦਾ ਰਿਕਾਰਡ ਉਹਦਾ ਵੀ ਬ੍ਰੇਕ ਹੋਇਆ, ਕਿਉਂਕਿ ਨਵੰਬਰ ਦੇ ਵਿੱਚ ਕਦੇ ਵੀ ਸਾਡੇ ਕੋਲ ਇੰਨਾ ਟੈਂਪਰੇਚਰ ਆਮ ਨਹੀਂ ਆਉਂਦਾ। ਸੋ ਓਵਰਆਲ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਰਾਤ ਦਾ ਅਤੇ ਦਿਨ ਦਾ ਤਾਪਮਾਨ ਹੈ ਉਹ ਨੋਰਮਲ ਨਾਲੋਂ 4 ਤੋਂ 5 ਡਿਗਰੀ ਜਿਹੜਾ ਉਹ ਘੱਟ ਚੱਲ ਰਿਹਾ। ਸੋ ਇਹ ਜਿਹੜਾ ਕਾਫੀ ਜ਼ਿਆਦਾ ਇੰਡੀਕੇਸ਼ਨ ਹੈ ਕਿ ਜਿਹੜਾ ਠੰਡ ਦਾ ਪੂਰਾ ਜ਼ੋਰ ਮਤਲਬ ਪੈ ਰਿਹਾ ਇਹਨਾਂ ਦਿਨਾਂ ਦੇ ਵਿੱਚ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਜਿਹੜਾ ਟੈਂਪਰੇਚਰ ਇਸ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈਗੀ ਹੈ ਕਿ ਜਿਹੜਾ ਠੰਡ ਹੈ ਆਪਣਾ ਪੂਰਾ ਜ਼ੋਰ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਣ ਦੇ ਕਾਰਨ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵੱਧ ਗਈ ਹੈ। ਐਕਚੁਅਲੀ ਵੈਸੇ ਜੇ ਆਪਾਂ ਸਾਇੰਟੀਫਿਕਲੀ ਦੇਖੀਏ ਤਾਂ ਜਿਸ ਤਰ੍ਹਾਂ ਵੈਸਟਰਨ ਡਿਸਟਰਬੈਂਸ ਜਦੋਂ ਆਉਂਦੀ ਹੈ, ਕਿਉਂਕਿ ਉਹਦੇ ਨਾਲ ਪੱਛਮੀ ਚੱਕਰਵਾਤ ਦੇ ਨਾਲ ਇੱਕ ਹੁਣ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਵਗਣੀਆਂ ਸ਼ੁਰੂ ਹੋ ਗਈਆਂ ਨੇ, ਉੱਪਰ ਬਰਫ਼ਬਾਰੀ ਹੋ ਰਹੀ ਹੈ, ਉਹਦੇ ਨਾਲ ਟੈਂਪਰੇਚਰ ਜਿਹੜਾ ਉਹ ਫਾਲ ਹੋਇਆ ਹੈ। ਸੋ ਬਟ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਜੇ ਮਤਲਬ ਜਿਹੜਾ ਇੱਕਦਮ ਅਸਮਾਨ ਸਾਫ਼ ਹੋ ਗਿਆ ਸੀਗਾ, ਤਾਂ ਉਹਦੇ ਨਾਲ ਜਿਹੜੀ ਸੋਲਰ ਰੇਡੀਏਸ਼ਨ ਹੈ ਉਹ ਵੀ ਜਿਹੜੀ ਧਰਤੀ 'ਤੇ ਕਿਰਨਾਂ ਜਿਹੜੀਆਂ ਸੂਰਜ ਦੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਨਾਲ ਵੀ ਜਿਹੜਾ ਮਤਲਬ ਜਦੋਂ ਬਹੁਤ ਜ਼ਿਆਦਾ ਦਿਨ ਸਾਫ਼ ਹੁੰਦਾ ਹੈ ਉਦੋਂ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਘੱਟ ਜਾਂਦਾ ਹੈ। ਸੋ ਜੇ ਹੁਣ ਆਪਾਂ ਇੱਕ ਤਰ੍ਹਾਂ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਅਸਮਾਨ ਸਾਫ਼ ਹੋਇਆ ਉਹਦੇ ਨਾਲ ਵੀ ਦਿਨ ਦਾ ਤਾਪਮਾਨ ਜਿਹੜਾ ਉਹ ਰਾਤ ਦਾ ਤਾਪਮਾਨ ਜਿਹੜਾ ਉਹ ਇੰਨਾ ਜ਼ਿਆਦਾ ਲੋ ਆਇਆ ਹੈ। ਵੈਸੇ ਮੇਨਲੀ ਉੱਪਰ ਜਿਹੜੀ ਬਰਫ਼ਬਾਰੀ ਹੋ ਰਹੀ ਹੈ ਅਤੇ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਉਹਦੇ ਕਰਕੇ ਹੀ ਜਿਹੜਾ ਇਹ ਠੰਡ ਦਾ ਪ੍ਰਕੋਪ ਐਤਕੀ ਜ਼ਿਆਦਾ। ਮੌਸਮ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਮੌਸਮ ਕਣਕ ਦੀ ਫਸਲ ਦੇ ਲਈ ਵਧੀਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ 2-3 ਦਿਨ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇਸ ਤਰ੍ਹਾਂ ਆਪਾਂ ਕਣਕ ਦੀ ਜਿਹੜੀ ਫਸਲ ਹੈਗੀ ਆ ਉਹਦੀ ਬਿਜਾਈ ਚੱਲ ਵੀ ਰਹੀ ਹੈ ਔਰ ਆਲਮੋਸਟ ਕਾਫੀ ਜਗ੍ਹਾ 'ਤੇ ਜਿਹੜੀ ਬਿਜਾਈ ਹੋ ਵੀ ਚੁੱਕੀ ਹੈ। ਸੋ ਇਹ ਜਿਹੜਾ ਟੈਂਪਰੇਚਰ ਚੱਲ ਰਿਹਾ ਹੈ ਉਹ ਮਤਲਬ ਬਹੁਤ ਹੀ ਜ਼ਿਆਦਾ ਫੇਵਰੇਬਲ ਹੈ ਜਿਹੜੀ ਕਣਕ ਦੀ ਫਸਲ ਹੈ, ਕਿਉਂਕਿ ਜਦੋਂ ਉਹਨੂੰ ਮਤਲਬ ਟਿਲਰਿੰਗ ਸਟੇਜ ਆਉਂਦੀ ਹੈ ਉਹਦੇ ਲਈ ਸਾਨੂੰ ਟੈਂਪਰੇਚਰ ਲੋਐਸਟ ਚਾਹੀਦਾ ਹੁੰਦਾ ਹੈ। ਸੋ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਚੱਲ ਰਿਹਾ, ਚਾਹੇ ਉਹ ਦਿਨ ਦਾ ਚਾਹੇ ਰਾਤ ਦਾ, ਉਹ ਇਕੁਅਲੀ ਜਿਹੜਾ ਉਹ ਫੇਵਰੇਬਲ ਹੈ ਜਿਹੜਾ ਕਣਕ ਦੀ ਫਸਲ ਦੇ। ਆਉਂਦੇ ਕਿੰਨੇ ਦਿਨਾਂ ਤੱਕ ਤੋਂ ਲੱਗਦਾ ਕਿ ਟੈਂਪਰੇਚਰ ਰਹੇਗਾ, ਕੋਈ ਬਰਸਾਤ ਦੀ ਸੰਭਾਵਨਾ? ਹਾਲੇ ਜਿਹੜਾ 3-4 ਦਿਨ ਤਾਂ ਹਾਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈਗੀ। ਇਸੇ ਤਰ੍ਹਾਂ ਹੀ ਟੈਂਪਰੇਚਰਸ ਰਹਿਣਗੇ ਔਰ ਠੰਡ ਪੈਣ ਦੀ ਜਿਹੜੀ ਹੈਗੀ ਹੈ ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚ ਪੂਰੀ ਰਹੇਗੀ। ਨਵੰਬਰ ਮਹੀਨੇ ਪਈ ਠੰਡ ਨੇ ਪਿਛਲੇ 40 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਨਾਲ ਹੀ ਇਹ ਮੌਸਮ ਕਣਕ ਦੀ ਫਸਲ ਲਈ ਲਾਹੇਵੰਦ ਹੈ, ਜਿਸ ਨਾਲ ਫਸਲਾਂ ਦਾ ਝਾੜ ਵੀ ਵਧੀਆ ਰਹੇਗਾ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਸੋ ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਹੁੰਦਾ ਹੈ, ਲੇਕਿਨ ਆਗਿਆ ਲੈਣ ਤੋਂ ਪਹਿਲਾਂ ਸਾਡੇ ਵੱਲੋਂ ਆਪਣੇ ਸਾਰੇ ਦਰਸ਼ਕਾਂ ਅਤੇ ਲੋਕਾਂ ਨੂੰ ਅਪੀਲ ਹੈ ਕਿ ਕਰੋਨਾ ਵਾਇਰਸ ਸੰਬੰਧੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਕੇ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾਵੇ। ਸੋ ਇਸ ਦੇ ਨਾਲ ਹੀ ਹੁਣ ਸਾਨੂੰ ਆਗਿਆ ਦਿਓ। ਅਗਲੇ ਬੁਲੇਟਿਨ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਧੰਨਵਾਦ।